ਮੇਰੀ ਜਠਾਣੀ ਰੋਜ਼ ਰਾਤ ਨੂੰ ਸਹੁਰੇ ਦੀ ਮਸਾਜ ਕਰਨ ਚਲੀ ਜਾਂਦੀ ਤੇ ਅੰਦਰ ਤੋਂ ਦਰਵਾਜ਼ਾ ਬੰਦ ਹੋ ਜਾਂਦਾ। ਮੈਂ ਬਾਹਰ ਤੋਂ ਸੁਣਦੀ ਤਾਂ ਜਠਾਣੀ ਦੀਆਂ ਸਿਸਕੀਆਂ ਦੀ ਆਵਾਜ਼ ਆਉਂਦੀ। ਇੱਕ ਦਿਨ ਜਠਾਣੀ ਤੋਂ ਪੁੱਛਿਆ ਕਿ ਉਸਦਾ ਰੰਗ ਫਿੱਕਾ ਪੈ ਗਿਆ। ਕਹਿਣ ਲੱਗੀ ਕਿ ਤੂੰ ਇਹ ਗੱਲ ਕਿਸੇ ਨੂੰ ਨਾ ਦੱਸੀ। ਅੱਜ ਰਾਤ ਮੇਰੀ ਜਗ੍ਹਾ ਮਸਾਜ ਕਰਨ ਜਾਣਾ। ਜਦੋਂ ਮੈਂ ਸਹੁਰੇ ਦੇ ਕਮਰੇ ਵਿੱਚ ਗਈ ਤਾਂ ਸਹੁਰੇ ਨੇ ਕਮਰਾ ਬੰਦ ਕਰ ਦਿੱਤਾ। ਜਿਵੇਂ ਹੀ ਲਾਈਟ ਬੰਦ ਕੀਤੀ ਮੇਰੀ ਤਾਂ ਜਾਨ ਹੀ ਨਿਕਲ ਗਈ, ਕਿਉਂਕਿ ਉੱਥੇ ਤਾਂ ਮੇਰਾ ਨਾਮ ਸੁਮਨ ਹੈ। ਜਿਸ ਘਰ ਵਿੱਚ ਮੇਰਾ ਵਿਆਹ ਹੋਇਆ ਸੀ ਉਹ ਬਹੁਤ ਅਜੀਬ ਘਰਾਣਾ ਸੀ। ਅਜਿਹੇ ਕੰਮ ਹੁੰਦੇ ਕਿ ਸਮਝ ਤੋਂ ਬਾਹਰ ਸਨ। ਮੇਰੇ ਸਸੁਰਾਲ ਵਿੱਚ ਮੇਰੀ ਇੱਕ ਜਠਾਣੀ ਤੇ ਮੇਰਾ ਸਹੁਰਾ ਸੀ। ਜੇਠ ਬਾਹਰਲੇ ਦੇਸ਼ ਗਿਆ ਹੋਇਆ ਸੀ। ਉਹ ਸਾਡੇ ਵਿਆਹ ਵਿੱਚ ਵੀ ਨਹੀਂ ਆਏ। ਮੇਰੇ ਪਤੀ ਦਾ ਨਾਮ ਪ੍ਰਦੀਪ ਸੀ। ਮੇਰੇ ਪਤੀ ਦਿਨ ਵਿੱਚ ਕੰਮ 'ਤੇ ਜਾਂਦੇ ਸਨ। ਘਰ ਵਿੱਚ ਮੈਂ ਤੇ ਮੇਰੀ ਜਠਾਣੀ ਹੀ ਸਨ। ਇੱਕ ਦਿਨ ਮੈਂ ਬਹੁਤ ਹੀ ਅਜੀਬ ਦੇਖਿਆ। ਰਾਤ ਹੁੰਦੇ ਹੀ ਮੇਰੀ ਜਠਾਣੀ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਮੇਰੇ ਸਹੁਰੇ ਦੇ ਕਮਰੇ ਵਿੱਚ ਜਾ ਰਹੀ ਸੀ। ਉਸਦੇ ਹੱਥ ਵਿੱਚ ਤੇਲ ਦੀ ਇੱਕ ਕਟੋਰੀ ਸੀ। ਮੈਂ ਇਹ ਮੰਜ਼ਰ ਦੇਖ ਕੇ ਬੜੀ ਹੈਰਾਨ ਹੋਈ। ਉਹ ਅੰਦਰ ਗਈ ਤੇ ਉਸ ਤੋਂ ਬਾਅਦ ਉਸਨੇ ਦਰਵਾਜ਼ਾ ਬੰਦ ਕਰ ਲਿਆ। ਮੈਂ ਹੈਰਾਨ ਰਹਿ ਗਈ ਕਿ ਭਲਾ ਇਸ ਵਕਤ ਉਸਦਾ ਅੰਦਰ ਕੀ ਕੰਮ ਹੈ। ਉਹ ਤੇਲ ਲੈ ਕੇ ਅੰਦਰ ਕਿਉਂ ਗਈ ਸੀ। ਕੁਝ ਦੇਰ ਮੈਂ ਖੜੀ ਰਹੀ ਕਿ ਸ਼ਾਇਦ ਤੇਲ ਦੇ ਕੇ ਵਾਪਸ ਆ ਜਾਵੇ। 15 ਤੋਂ 20 ਮਿੰਟ ਗੁਜ਼ਰ ਗਏ ਪਰ ਉਹ ਵਾਪਸ ਨਹੀਂ ਆਈ। ਕੁਝ ਦੇਰ ਬਾਅਦ ਮੇਰਾ ਪਤੀ ਆ ਗਿਆ। ਮੈਂ ਉਸ ਲਈ ਰਾਤ ਦਾ ਖਾਣਾ ਗਰਮ ਕੀਤਾ। ਇੰਨਾ ਸਮਾਂ ਹੋ ਗਿਆ ਸੀ ਪਰ ਜਠਾਣੀ ਸਹੁਰੇ ਦੇ ਕਮਰੇ ਵਿੱਚੋਂ ਬਾਹਰ ਨਹੀਂ ਆਈ ਸੀ। ਫਿਰ ਮੈਂ ਆਪਣੇ ਕਮਰੇ ਵਿੱਚ ਆ ਗਈ। ਸਵੇਰੇ ਮੈਂ ਆਪਣੀ ਜਠਾਣੀ ਨੂੰ ਪੁੱਛਣਾ ਚਾਹਿਆ ਪਰ ਹਿੰਮਤ ਨਾ ਹੋਈ। ਅਗਲੇ ਦਿਨ ਵੀ ਫਿਰ ਇਹੀ ਹੋਣ ਲੱਗਿਆ। ਫਿਰ ਰਾਤ ਹੁੰਦੇ ਹੀ ਮੇਰੀ ਜਠਾਣੀ ਤੇਲ ਲੈ ਕੇ ਸਹੁਰੇ ਦੇ ਕਮਰੇ ਵਿੱਚ ਚਲੀ ਗਈ। ਕਿਉਂਕਿ ਮੇਰਾ ਪਤੀ ਦੇਰ ਨਾਲ ਆਉਂਦਾ ਸੀ ਇਸ ਲਈ ਮੈਂ ਜਾਗਦੀ ਰਹਿੰਦੀ ਸੀ। ਦਰਵਾਜ਼ਾ ਬੰਦ ਕਰਨ ਵਾਲੀ ਗੱਲ ਮੈਨੂੰ ਜ਼ਿਆਦਾ ਪਰੇਸ਼ਾਨ ਕਰਦੀ। ਮੈਂ ਹੌਲੀ-ਹੌਲੀ ਦਰਵਾਜ਼ੇ ਕੋਲ ਗਈ। ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ ਤਾਂ ਹੈਰਾਨ ਰਹਿ ਗਈ, ਕਿਉਂਕਿ ਮੇਰੀ ਜਠਾਣੀ ਤਾਂ ਰੋ ਰਹੀ ਸੀ। ਮੈਨੂੰ ਸਮਝ ਨਾ ਆਇਆ ਕਿ ਇਹ ਸਭ ਕੀ ਹੋ ਰਿਹਾ ਹੈ, ਪਰ ਮੈਨੂੰ ਯਕੀਨ ਹੋ ਗਿਆ ਕਿ ਕੁਝ ਤਾਂ ਗਲਤ ਹੋ ਰਿਹਾ ਹੈ। ਫਿਰ ਮੈਂ ਆਪਣੇ ਕਮਰੇ ਵਿੱਚ ਆ ਗਈ। ਸੋਚਿਆ ਕਿ ਪ੍ਰਦੀਪ ਨੂੰ ਇਸ ਬਾਰੇ ਦੱਸਦੀ ਹਾਂ, ਪਰ ਉਹ ਸੌਂ ਚੁੱਕੇ ਸਨ। ਮੈਂ ਅਗਲੇ ਦਿਨ ਰਸੋਈ ਵਿੱਚ ਜਠਾਣੀ ਨੂੰ ਪੁੱਛਿਆ ਕਿ ਰਾਤ ਨੂੰ ਪਾਪਾ ਦੇ ਕਮਰੇ ਵਿੱਚ ਤੇਲ ਲੈ ਕੇ ਕਿਉਂ ਗਈ ਸੀ। ਉਹ ਤਾਂ ਹੈਰਾਨ ਰਹਿ ਗਈ। ਉਸਨੂੰ ਮੇਰੇ ਤੋਂ ਇਸ ਤਰ੍ਹਾਂ ਦੀ ਗੱਲ ਦੀ ਉਮੀਦ ਨਹੀਂ ਸੀ। ਕਹਿਣ ਲੱਗੀ ਕਿ ਉਹਨਾਂ ਦੇ ਪੈਰ ਵਿੱਚ ਦਰਦ ਸੀ ਤਾਂ ਮੈਂ ਉਹਨਾਂ ਦੇ ਪੈਰਾਂ ਵਿੱਚ ਤੇਲ ਲਗਾਉਣ ਗਈ ਸੀ। ਮੈਂ ਕਿਹਾ, ਫਿਰ ਦਰਵਾਜ਼ਾ ਬੰਦ ਕਰਨ ਦੀ ਕੀ ਜ਼ਰੂਰਤ ਸੀ। ਮੈਂ ਬਹੁਤ ਸਮਾਂ ਦੇਖਿਆ ਪਰ ਤੂੰ ਬਾਹਰ ਨਹੀਂ ਆਈ। ਉਸਨੇ ਮੈਨੂੰ ਝੂਠ ਬੋਲ ਦਿੱਤਾ ਕਿ ਉਹ ਬਾਥਰੂਮ ਵਿੱਚ ਸੀ, ਪਰ ਉਹ ਮੇਰੇ ਨਾਲ ਨਜ਼ਰ ਨਹੀਂ ਮਿਲਾ ਰਹੀ ਸੀ। ਫਿਰ ਉਹ ਆਪਣੇ ਕੰਮ ਵਿੱਚ ਲੱਗ ਗਈ। ਮੇਰੀ ਜਠਾਣੀ ਥੋੜ੍ਹੀ ਅਜੀਬ ਸੀ, ਚੁੱਪਚਾਪ ਹੀ ਰਹਿੰਦੀ, ਬੜੇ ਢਿੱਲੇ ਕੱਪੜੇ ਪਹਿਨਦੀ। ਕੋਈ ਗੜਬੜ ਤਾਂ ਜ਼ਰੂਰ ਸੀ। ਨਾ ਉਸ ਘਰ ਵਿੱਚ ਮੇਰੇ ਜੇਠ ਦੀ ਕੋਈ ਗੱਲ ਕਰਦਾ, ਨਾ ਹੀ ਉਸਦਾ ਕੋਈ ਨਾਮ ਲੈਂਦਾ, ਨਾ ਹੀ ਮੈਂ ਉਸਦੀ ਕੋਈ ਤਸਵੀਰ ਦੇਖੀ ਸੀ। ਜਠਾਣੀ ਨੂੰ ਵੀ ਕਦੇ ਆਪਣੇ ਪਤੀ ਨਾਲ ਫ਼ੋਨ 'ਤੇ ਗੱਲ ਕਰਦੇ ਨਹੀਂ ਦੇਖਿਆ। ਮੇਰੀ ਜਠਾਣੀ ਦੀ ਸਹੁਰੇ ਦੇ ਕਮਰੇ ਵਿੱਚ ਤੇਲ ਲੈ ਕੇ ਜਾਣ ਦੀ ਰੋਜ਼ ਦੀ ਰੁਟੀਨ ਸੀ। ਮੈਂ ਫਿਰ ਉਸ ਤੋਂ ਸਵਾਲ ਕੀਤਾ ਤਾਂ ਕਹਿਣ ਲੱਗੀ, ਉਹਨਾਂ ਦੀਆਂ ਲੱਤਾਂ ਵਿੱਚ ਦਰਦ ਰਹਿੰਦਾ ਹੈ, ਇਸ ਲਈ ਜਿੰਨਾ ਚਿਰ ਉਹਨਾਂ ਦੀਆਂ ਲੱਤਾਂ ਦੀ ਮਸਾਜ ਨਾ ਕਰੋ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਪਰ ਮੈਂ ਸੋਚ ਰਹੀ ਸੀ ਕਿ ਜਦੋਂ ਉਹ ਸੌਂ ਜਾਂਦੇ ਹਨ ਤਾਂ ਮੇਰੀ ਜਠਾਣੀ ਵਾਪਸ ਕਿਉਂ ਨਹੀਂ ਆਉਂਦੀ, ਕਿ ਉਹ ਸਾਰੀ ਰਾਤ ਹੀ ਸਹੁਰੇ ਦੀਆਂ ਲੱਤਾਂ ਦੱਬਦੀ ਰਹਿੰਦੀ ਹੈ। ਮੇਰੇ ਮਨ ਵਿੱਚ ਕਈ ਸਵਾਲ ਉੱਠਣ ਲੱਗੇ। ਅਜਿਹੀਆਂ ਗੱਲਾਂ ਵੀ ਦਿਮਾਗ ਵਿੱਚ ਆਉਣ ਲੱਗੀਆਂ ਜੋ ਮੈਂ ਸੋਚਣਾ ਨਹੀਂ ਚਾਹੁੰਦੀ ਸੀ। ਉਸ ਦਿਨ ਮੈਂ ਬਿਨਾਂ ਨੌਕ ਕੀਤੇ ਜਠਾਣੀ ਦੇ ਕਮਰੇ ਵਿੱਚ ਚਲੀ ਗਈ। ਉਹ ਮੈਨੂੰ ਦੇਖ ਕੇ ਬੁਰੀ ਤਰ੍ਹਾਂ ਚੌਂਕ ਗਈ। ਮੈਨੂੰ ਪਤਾ ਚੱਲਿਆ ਕਿ ਮੇਰੀ ਜਠਾਣੀ ਮਾਂ ਬਣਨ ਵਾਲੀ ਹੈ। ਮੈਂ ਕਿਹਾ ਕਿ ਇੰਨੀ ਵੱਡੀ ਗੱਲ ਮੈਨੂੰ ਕਿਉਂ ਨਹੀਂ ਦੱਸੀ। ਤਾਂ ਉਹ ਕਹਿਣ ਲੱਗੀ, ਬਸ ਮੈਂ ਤੈਨੂੰ ਦੱਸਣਾ ਹੀ ਸੀ। ਉਸਦਾ ਪੇਟ ਦੇਖ ਕੇ ਲੱਗ ਰਿਹਾ ਸੀ ਕਿ ਉਸਦਾ ਚੌਥਾ ਪੰਜਵਾਂ ਮਹੀਨਾ ਹੈ। ਇਸ ਦਾ ਮਤਲਬ 6-7 ਮਹੀਨੇ ਪਹਿਲਾਂ ਮੇਰਾ ਜੇਠ ਆਇਆ ਹੋਵੇਗਾ। ਫਿਰ ਕੋਈ ਉਸਦਾ ਨਾਮ ਕਿਉਂ ਨਹੀਂ ਲੈ ਰਿਹਾ। ਫਿਰ ਮੈਂ ਸੋਚਿਆ ਕਿ ਇੱਕ ਤਾਂ ਮੇਰੀ ਜਠਾਣੀ ਦੀ ਇਹ ਹਾਲਤ ਹੈ, ਉੱਪਰੋਂ ਪਾਪਾ ਉਸ ਤੋਂ ਲੱਤਾਂ ਦਬਾਉਂਦੇ ਹਨ। ਅਜਿਹੇ ਵਿੱਚ ਮੇਰੀ ਜਠਾਣੀ ਨੂੰ ਆਰਾਮ ਦੀ ਜ਼ਰੂਰਤ ਸੀ। ਮੈਂ ਇੱਕ ਦਿਨ ਜਠਾਣੀ ਨੂੰ ਚਾਟ ਬਣਾ ਕੇ ਦਿੱਤੀ ਤੇ ਕਿਹਾ ਕਿ ਅਜਿਹੀ ਹਾਲਤ ਵਿੱਚ ਤਾਂ ਚਟਪਟਾ ਖਾਣ ਨੂੰ ਬਹੁਤ ਦਿਲ ਕਰਦਾ ਹੋਵੇਗਾ। ਤਾਂ ਉਹ ਬਹੁਤ ਘਬਰਾ ਗਈ। ਉਹ ਕਹਿਣ ਲੱਗੀ ਕਿ ਅਜਿਹੀ ਹਾਲਤ ਤੋਂ ਤੇਰਾ ਕੀ ਮਤਲਬ ਹੈ। ਮੈਂ ਕਿਹਾ, ਤੁਸੀਂ ਪ੍ਰੈਗਨੈਂਟ ਹੋ ਤਾਂ ਕਰਕੇ ਕਹਿ ਰਹੀ ਸੀ। ਉਹ ਕਹਿਣ ਲੱਗੀ ਕਿ ਮੇਰੇ ਪਤੀ ਤੇ ਮੈਨੂੰ ਕਦੇ ਮਿਲਣ ਨਹੀਂ ਆਏ। ਮੇਰੀ ਜਠਾਣੀ ਸਫੇਦ ਝੂਠ ਬੋਲ ਰਹੀ ਸੀ। ਮੇਰੇ ਸਹੁਰੇ ਦੇ ਚਿਹਰੇ ਦਾ ਰੰਗ ਉੱਡ ਗਿਆ। ਫਿਰ ਉਹ ਕਹਿਣ ਲੱਗੇ ਕਿ ਤੈਨੂੰ ਕੋਈ ਗਲਤਫਹਿਮੀ ਹੋ ਗਈ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਇਹ ਖੁਸ਼ਖਬਰੀ ਤਾਂ ਸਾਨੂੰ ਤੇਰੇ ਵੱਲੋਂ ਮਿਲੇਗੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਦੋਨੋਂ ਝੂਠ ਕਿਉਂ ਬੋਲ ਰਹੇ ਹਨ। ਫਿਰ ਪਾਪਾ ਮੇਰੀ ਜਠਾਣੀ ਨੂੰ ਕਹਿਣ ਲੱਗੇ ਕਿ ਨੇਹਾ, ਤੂੰ ਆਪਣੇ ਪੇਕੇ ਜਾਣਾ ਸੀ, ਤੈਨੂੰ ਲੈ ਜਾਂਦਾ ਹਾਂ। ਪਾਪਾ ਦੀ ਗੱਲ ਸੁਣ ਕੇ ਉਹ ਡਰ ਗਈ। ਮੇਰੇ ਵੱਲ ਡਰੀਆਂ ਹੋਈਆਂ ਨਜ਼ਰਾਂ ਨਾਲ ਦੇਖਣ ਲੱਗੀ। ਮੈਂ ਸਮਝ ਗਈ ਸੀ ਕਿ ਜ਼ਰੂਰ ਕੁਝ ਗੜਬੜ ਹੈ। ਮੈਂ ਸੱਚ ਪਤਾ ਕਰਨ ਦਾ ਪੱਕਾ ਇਰਾਦਾ ਕਰ ਲਿਆ। ਫਿਰ ਉਹ ਦੋਨੋਂ ਚਲੇ ਗਏ। ਮੇਰੇ ਪਤੀ ਵੀ ਕੰਮ 'ਤੇ ਚਲੇ ਗਏ। ਸ਼ਾਮ ਨੂੰ ਜਦੋਂ ਮੇਰੀ ਜਠਾਣੀ ਘਰ ਆਈ ਤਾਂ ਉਸਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਬਹੁਤ ਰੋਈ ਹੈ। ਉਸਦੀ ਗੱਲ 'ਤੇ ਚੋਟ ਵੀ ਲੱਗੀ ਹੋਈ ਸੀ। ਪੁੱਛਣ 'ਤੇ ਕਹਿਣ ਲੱਗੀ ਕਿ ਰਿਕਸ਼ੇ ਵਿੱਚੋਂ ਡਿੱਗ ਪਈ।
ਪਰ ਉਸਦੇ ਹਾਵ ਭਾਵ ਤੋਂ ਲੱਗ ਰਿਹਾ ਸੀ ਕਿ ਉਹ ਝੂਠ ਬੋਲ ਰਹੀ ਹੈ। ਮੈਂ ਵੀ ਜ਼ਿਆਦਾ ਸਵਾਲ ਨਹੀਂ ਪੁੱਛੇ। ਮੈਂ ਉਸਨੂੰ ਆਰਾਮ ਕਰਨ ਲਈ ਕਿਹਾ ਅਤੇ ਹਲਦੀ ਵਾਲਾ ਦੁੱਧ ਪੀਣ ਲਈ ਦਿੱਤਾ। ਜਦੋਂ ਮੇਰੀ ਜਠਾਣੀ ਸੌਂ ਗਈ ਤਾਂ ਮੈਂ ਉਸਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਅਤੇ ਉਸਦੀ ਜਗ੍ਹਾ 'ਤੇ ਮੈਂ ਤੇਲ ਲੈ ਕੇ ਸਹੁਰੇ ਦੇ ਕਮਰੇ ਵਿੱਚ ਚਲੀ ਗਈ। ਇਸ ਤੋਂ ਇਲਾਵਾ ਸੱਚ ਪਤਾ ਕਰਨ ਦਾ ਹੋਰ ਕੋਈ ਰਸਤਾ ਨਹੀਂ ਸੀ। ਮੈਨੂੰ ਡਰ ਵੀ ਲੱਗ ਰਿਹਾ ਸੀ ਕਿ ਕਿਤੇ ਕੁਝ ਗਲਤ ਨਾ ਹੋ ਜਾਵੇ, ਪਰ ਹੁਣ ਮੈਂ ਪਿੱਛੇ ਹਟਣ ਵਾਲੀ ਨਹੀਂ ਸੀ। ਮੈਂ ਤੇਲ ਲਿਆ ਅਤੇ ਤੇਜ਼ ਧੜਕਦੇ ਦਿਲ ਨਾਲ ਸਹੁਰੇ ਦੇ ਕਮਰੇ ਅੰਦਰ ਚਲੀ ਗਈ। ਕਮਰੇ ਵਿੱਚ ਹਲਕੀ ਜਿਹੀ ਰੌਸ਼ਨੀ ਸੀ, ਨਾਈਟ ਬਲਬ ਜਗ ਰਿਹਾ ਸੀ। ਕਮਰੇ ਵਿੱਚ ਜਾਣ ਤੋਂ ਬਾਅਦ ਮੈਂ ਦਰਵਾਜ਼ਾ ਬੰਦ ਕਰਨ ਦਾ ਨਾਟਕ ਕੀਤਾ। ਹਾਲਾਂਕਿ ਦਰਵਾਜ਼ਾ ਥੋੜ੍ਹਾ ਖੁੱਲ੍ਹਾ ਹੀ ਛੱਡ ਦਿੱਤਾ ਸੀ। ਮੈਂ ਹੌਲੀ ਹੌਲੀ ਸਹੁਰੇ ਦੇ ਬੈੱਡ ਕੋਲ ਗਈ ਕਿ ਮੇਰੇ ਸਹੁਰੇ ਨੇ ਮੇਰਾ ਜ਼ੋਰ ਨਾਲ ਹੱਥ ਫੜ ਲਿਆ। ਹੱਥ ਮਰੋੜਦੇ ਉਸਨੇ ਕਿਹਾ, ਖਬਰਦਾਰ ਜੇ ਤੂੰ ਕਿਸੇ ਨੂੰ ਕੁਝ ਕਿਹਾ, ਜੇ ਇਸ ਘਰ ਵਿੱਚ ਰਹਿਣਾ ਹੈ ਤਾਂ ਆਪਣਾ ਮੂੰਹ ਬੰਦ ਕਰਕੇ ਰੱਖ। ਕਿਸੇ ਨੂੰ ਕੁਝ ਪਤਾ ਨਹੀਂ ਚੱਲਣਾ ਚਾਹੀਦਾ ਕਿ ਤੂੰ ਮੇਰੀ ਪਤਨੀ ਹੈ ਅਤੇ ਤੇਰੇ ਪੇਟ ਵਿੱਚ ਮੇਰਾ ਹੀ ਬੱਚਾ ਹੈ, ਨਹੀਂ ਤਾਂ ਦੁਪਹਿਰ ਨਾਲੋਂ ਵੀ ਬੁਰਾ ਹਸ਼ਰ ਹੋਵੇਗਾ ਤੇਰਾ। ਇਹ ਕਹਿ ਕੇ ਮੇਰੇ ਸਹੁਰੇ ਨੇ ਮੈਨੂੰ ਜ਼ੋਰ ਨਾਲ ਬੈੱਡ 'ਤੇ ਸੁੱਟ ਦਿੱਤਾ ਅਤੇ ਆਪ ਪਾਣੀ ਪੀਣ ਲੱਗਿਆ। ਇਹੀ ਮੌਕਾ ਸੀ ਮੇਰੇ ਕੋਲ ਭੱਜਣ ਦਾ। ਮੈਂ ਤੇਜ਼ੀ ਨਾਲ ਕਮਰੇ ਵਿੱਚੋਂ ਬਾਹਰ ਆਈ। ਮੇਰਾ ਸਹੁਰਾ ਨੀਹਾਂ ਚਲਾਉਂਦਾ ਰਹਿ ਗਿਆ। ਮੈਂ ਭੱਜਦੇ ਹੋਏ ਸਿੱਧਾ ਆਪਣੇ ਕਮਰੇ ਵਿੱਚ ਗਈ। ਆਪਣੇ ਸਹੁਰੇ ਦਾ ਇਹ ਰੂਪ ਦੇਖ ਕੇ ਮੈਂ ਤਾਂ ਕੰਬ ਗਈ ਸੀ। ਉੱਪਰੋਂ ਇੰਨਾ ਸ਼ਰੀਫ ਦਿਸਣ ਵਾਲਾ ਇਨਸਾਨ ਅੰਦਰੋਂ ਕਿੰਨਾ ਗਿਰਿਆ ਹੋਇਆ ਸੀ। ਜੋ ਵੀ ਹੋ ਰਿਹਾ ਸੀ ਉਹ ਬਹੁਤ ਗਲਤ ਸੀ। ਮਤਲਬ ਜਿਸ ਨੂੰ ਮੈਂ ਆਪਣੀ ਜਠਾਣੀ ਸਮਝ ਰਹੀ ਸੀ, ਉਹ ਤਾਂ ਮੇਰੀ ਸੱਸ ਸੀ। ਮੈਂ ਫੈਸਲਾ ਕਰ ਲਿਆ ਕਿ ਅੱਜ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਹੈ। ਮੈਂ ਆਪਣੇ ਪਤੀ ਨੂੰ ਉਠਾਇਆ, ਉਸਦਾ ਹੱਥ ਫੜਿਆ ਅਤੇ ਆਪਣੀ ਸੱਸ ਦੇ ਕਮਰੇ ਵਿੱਚ ਆ ਗਈ। ਮੈਂ ਸੱਸ ਨੂੰ ਵੀ ਉਠਾਇਆ ਅਤੇ ਦੋਨਾਂ ਨੂੰ ਲੈ ਕੇ ਸਹੁਰੇ ਦੇ ਕਮਰੇ ਵਿੱਚ ਆਈ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਹ ਸਭ ਕੀ ਕਰ ਰਹੀ ਹਾਂ। ਸਾਨੂੰ ਤਿੰਨਾਂ ਨੂੰ ਦੇਖ ਕੇ ਮੇਰਾ ਸਹੁਰਾ ਹੱਕਾ ਬੱਕਾ ਰਹਿ ਗਿਆ। ਫਿਰ ਪੁੱਛਣ ਲੱਗਿਆ ਕਿ ਕੀ ਹੋਇਆ। ਮੈਂ ਗੁੱਸੇ ਵਿੱਚ ਕਿਹਾ ਕਿ ਪਾਪਾ ਡਰਾਮਾ ਕਰਨਾ ਬੰਦ ਕਰੋ, ਤੁਹਾਡੀ ਹਕੀਕਤ ਮੈਨੂੰ ਪਤਾ ਚੱਲ ਗਈ ਹੈ। ਮੇਰੀ ਗੱਲ ਸੁਣ ਕੇ ਮੇਰਾ ਸਹੁਰਾ ਹੜਬੜਾ ਗਿਆ। ਕਹਿਣ ਲੱਗਿਆ, ਕਿਹੜੀ ਹਕੀਕਤ? ਮੈਂ ਕਿਹਾ, ਨੀਹਾ ਮੇਰੀ ਜਠਾਣੀ ਨਹੀਂ ਸਗੋਂ ਮੇਰੀ ਸੱਸ ਹੈ। ਇਹ ਸੁਣ ਕੇ ਸਭ ਦੇ ਚਿਹਰੇ ਦਾ ਰੰਗ ਉੱਡ ਗਿਆ। ਮੇਰੀ ਸੱਸ ਰੋਂਦੇ ਹੋਏ ਸਹੁਰੇ ਨੂੰ ਕਹਿਣ ਲੱਗੀ ਕਿ ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ। ਮੈਂ ਕਿਹਾ, ਅੱਜ ਰਾਤ ਨੂੰ ਮੈਂ ਤੇਲ ਲੈ ਕੇ ਪਾਪਾ ਦੇ ਕਮਰੇ ਵਿੱਚ ਆਈ ਸੀ। ਇੱਕ ਤਾਂ ਉਹਨਾਂ ਦੀ ਇਹ ਹਾਲਤ ਹੈ ਤੇ ਤੁਸੀਂ ਉਹਨਾਂ 'ਤੇ ਅਤਿਆਚਾਰ ਕਰਦੇ ਹੋ। ਮੈਂ ਕਿਹਾ, ਹੁਣ ਮੈਂ ਪੂਰਾ ਸੱਚ ਜਾਣਨਾ ਹੈ। ਤੁਸੀਂ ਮੈਥੋਂ ਇਹ ਸਭ ਕਿਉਂ ਛੁਪਾਇਆ? ਤਾਂ ਮੇਰੇ ਪਤੀ ਨੇ ਦੱਸਣਾ ਸ਼ੁਰੂ ਕੀਤਾ। ਨੇਹਾ ਸਾਡੇ ਘਰ ਕੰਮ ਕਰਦੀ ਸੀ। ਉਸ ਸਮੇਂ ਮੇਰੀ ਮਾਂ ਜਿਉਂਦੀ ਸੀ। ਨੇਹਾ ਮੇਰੀ ਮਾਂ ਦੀ ਬਹੁਤ ਇੱਜ਼ਤ ਕਰਦੀ ਸੀ। ਫਿਰ ਮੇਰੀ ਮਾਂ ਬਿਮਾਰ ਰਹਿਣ ਲੱਗੀ। ਨੇਹਾ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ, ਪਰ ਇੱਕ ਦਿਨ ਨੇਹਾ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਮੇਰੀ ਮਾਂ ਨੇ ਬਹੁਤ ਜ਼ੋਰ ਦੇਣ 'ਤੇ ਉਸਨੇ ਦੱਸਿਆ ਕਿ ਮਾਲਿਕ ਨੇ ਮੇਰੇ ਨਾਲ। ਨੇਹਾ ਦੀ ਗੱਲ ਸੁਣ ਕੇ ਮੇਰੀ ਮਾਂ ਨੂੰ ਗਹਿਰਾ ਸਦਮਾ ਲੱਗਿਆ। ਉਹ ਤਾਂ ਪਹਿਲਾਂ ਹੀ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਸੀ, ਪਰ ਇਹ ਸਦਮਾ ਤਾਂ ਮੇਰੀ ਮਾਂ ਦੀ ਜਾਨ ਹੀ ਲੈ ਗਿਆ। ਮੇਰੀ ਮਾਂ ਨੇ ਪਾਪਾ ਨੂੰ ਕਿਹਾ ਕਿ ਮੈਂ ਤੈਨੂੰ ਕਦੇ ਮਾफ़ ਨਹੀਂ ਕਰ ਸਕਾਂਗੀ। ਜਦੋਂ ਪਾਪਾ ਮਾਂ ਦੀਆਂ ਬਹੁਤ ਮਿੰਨਤਾਂ ਕਰਨ ਲੱਗੇ ਤਾਂ ਮਾਂ ਨੇ ਪਾਪਾ ਨੂੰ ਨੇਹਾ ਨਾਲ ਵਿਆਹ ਕਰਨ ਲਈ ਕਿਹਾ। ਪਾਪਾ ਨੇ ਮਾਂ ਦੀ ਮਾफ़ੀ ਪਾਉਣ ਲਈ ਨੇਹਾ ਨਾਲ ਵਿਆਹ ਕਰ ਲਿਆ। ਮਾਂ ਤਾਂ ਇਸ ਦੁਨੀਆ ਤੋਂ ਚਲੀ ਗਈ, ਪਰ ਪਾਪਾ ਨੇਹਾ ਨੂੰ ਇੱਕ ਪਤਨੀ ਵਾਲਾ ਮਾਨ ਸਨਮਾਨ ਤੇ ਇੱਜ਼ਤ ਨਹੀਂ ਦੇ ਪਾਏ। ਪਾਪਾ ਨੇ ਇਸ ਵਿਆਹ ਬਾਰੇ ਕਿਸੇ ਨੂੰ ਨਹੀਂ ਦੱਸਿਆ ਕਿ ਸਮਾਜ ਵਿੱਚ ਉਹਨਾਂ ਦੀ ਕੀ ਇੱਜ਼ਤ ਰਹਿ ਜਾਵੇਗੀ ਕਿ ਉਹਨਾਂ ਨੇ ਇੱਕ ਕੰਮ ਵਾਲੀ ਨਾਲ ਵਿਆਹ ਕਰਵਾ ਲਿਆ। ਇਸ ਲਈ ਤੈਨੂੰ ਵੀ ਇਸ ਬਾਰੇ ਝੂਠ ਬੋਲਿਆ ਗਿਆ। ਪਾਪਾ ਸਿਰ ਝੁਕਾ ਕੇ ਬੈਠੇ ਸਨ, ਅੱਖਾਂ ਵਿੱਚੋਂ ਹੰਝੂ ਸਨ। ਪਾਪਾ, ਜੋ ਤੁਸੀਂ ਪਹਿਲਾਂ ਨੇਹਾ ਨਾਲ ਕੀਤਾ, ਹੋ ਸਕਦਾ ਹੈ ਉਹ ਅਣਜਾਣੇ ਵਿੱਚ ਹੋਈ ਗਲਤੀ ਹੋਵੇ, ਪਰ ਜੋ ਤੁਸੀਂ ਹੁਣ ਕਰ ਰਹੇ ਹੋ ਉਹ ਜਾਣ ਬੁੱਝ ਕੇ। ਇਸ ਤਰ੍ਹਾਂ ਦਾ ਤੁਸੀਂ ਮੰਮੀ ਨਾਲ ਕੀਤਾ ਵਾਅਦਾ ਵੀ ਤੋੜ ਰਹੇ ਹੋ। ਕੱਲ੍ਹ ਜਦ ਇਹ ਬੱਚਾ ਦੁਨੀਆ ਵਿੱਚ ਆਵੇਗਾ ਤਾਂ ਇਹ ਕਿਸ ਨੂੰ ਆਪਣਾ ਬਾਪ ਕਹੇਗਾ? ਤੁਹਾਨੂੰ ਇਹ ਰਿਸ਼ਤਾ ਸੱਚੇ ਦਿਲ ਤੋਂ ਅਪਣਾਉਣਾ ਚਾਹੀਦਾ ਹੈ। ਇਸ ਵਿੱਚ ਨੇਹਾ ਦਾ ਕੀ ਕਸੂਰ, ਜਿਸ ਨਾਲ ਤੁਸੀਂ ਪਹਿਲਾਂ ਵੀ ਗਲਤ ਕੀਤਾ ਅਤੇ ਹੁਣ ਵੀ ਗਲਤ ਕਰ ਰਹੇ ਹੋ? ਦੁਨੀਆ ਦੀ ਪਰਵਾਹ ਛੱਡ ਦਿਓ। ਪਾਪਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਉਹ ਕਹਿਣ ਲੱਗੇ, ਸੁਮਨ, ਅੱਜ ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਮੈਂ ਤਾਂ ਅੱਜ ਤੱਕ ਡਰ ਵਿੱਚ ਹੀ ਜਿਉਂ ਰਿਹਾ ਸੀ। ਆਪਣੀ ਇੱਕ ਗਲਤੀ ਸੁਧਾਰਨ ਦੀ ਬਜਾਏ ਹੋਰ ਗਲਤੀਆਂ ਕਰ ਰਿਹਾ ਸੀ। ਪਾਪਾ ਨੇ ਨੇਹਾ ਤੋਂ ਵੀ ਮਾਫ਼ੀ ਮੰਗੀ। ਕੁਝ ਸਮੇਂ ਬਾਅਦ ਮੇਰੀ ਸੱਸ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਸਾਰੇ ਬਹੁਤ ਖੁਸ਼ ਸੀ। ਮੇਰੇ ਸੱਸ ਸਹੁਰੇ ਦੀ ਜ਼ਿੰਦਗੀ ਨੂੰ ਇੱਕ ਨਵਾਂ ਮਕਸਦ ਮਿਲ ਗਿਆ ਸੀ। ਕਈ ਵਾਰ ਅਸੀਂ ਆਪਣੀ ਇੱਕ ਗਲਤੀ ਲੁਕਾਉਣ ਦੇ ਲਈ ਨਾ ਜਾਣੇ ਕਿੰਨੀਆਂ ਗਲਤੀਆਂ ਕਰ ਬੈਠਦੇ ਹਾਂ। ਸਾਡੀਆਂ ਗਲਤੀਆਂ ਕਦੋਂ ਗੁਨਾਹ ਬਣ ਜਾਂਦੀਆਂ ਹਨ, ਪਤਾ ਨਹੀਂ ਚੱਲਦਾ। ਰਿਸ਼ਤਿਆਂ ਵਿੱਚ ਪਿਆਰ ਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ। ਕਈ ਵਾਰੀ ਅਸੀਂ ਅਜਿਹੀ ਗਲਤੀ ਕਰ ਬੈਠਦੇ ਹਾਂ ਜਿਸ ਦੀ ਸਾਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ।